ਹੈਲੋ ਸਟੂਡੈਂਟ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਲੈਂਗੁਏਜ ਫੰਡਾਮੈਂਟਲ ਆਫ ਸੀ ਸ਼ਾਰਪ ਲੈਂਗੁਏਜ ਦੇ ਵਿੱਚ ਆਪਾਂ ਜਿਹੜੇ ਫੰਡਾਮੈਂਟਲ ਚੀਜ਼ਾਂ ਯੂਜ਼ ਕਰਦੇ ਉਹਦੇ ਬਾਰੇ ਡਿਸਕਸ ਕਰਦੇ ਹਾਂ। ਪਹਿਲਾਂ ਇਹਦੇ ਵਿੱਚ ਆਪਾਂ ਨੂੰ ਸਟੇਟਮੈਂਟ ਤੇ ਐਕਸਪ੍ਰੈਸ਼ਨਸ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ ਜੀ, ਜਿਨ੍ਹਾਂ ਤੋਂ ਸਾਰਾ ਆਪਣਾ ਪ੍ਰੋਗਰਾਮ ਤਿਆਰ ਹੁੰਦਾ। ਇਹਦੇ ਵਿੱਚ ਆਪਾਂ ਵੈਰੀਏਬਲ, ਕੌਨਸਟੈਂਟ, ਆਪਰੇਟਰ, ਨੇਮਿੰਗ ਕਨਵੈਨਸ਼ਨ, ਐਰੇ ਆਦਿ ਬਾਰੇ ਡਿਸਕਸ ਕਰਾਂਗੇ। ਇਹ ਸਾਰੇ ਬੇਸਿਕ ਸਟੱਫ ਆਪਣੇ ਲਈ, ਠੀਕ ਹੈ। ਤਾਂ ਇਹਦਾ ਫਾਊਂਡੇਸ਼ਨ ਆ ਜਿਹੜੀ ਮਤਲਬ ਕਿ ਇਹਨੂੰ ਫੈਂਸੀ ਬਣਾਉਣ ਲਈ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ, ਜਿਹਦੇ ਵਿੱਚ ਕੀ ਹੈ ਵਿਦਆਊਟ ਵੈਰੀਏਬਲ ਕੋਈ ਵੀ ਐਪਲੀਕੇਸ਼ਨ ਆਪਣਾ ਕੰਮ ਆ ਜਿਹੜਾ ਨਹੀਂ ਕਰ ਸਕਦੀ। ਜਿੰਨੇ ਵੀ ਵੈਰੀਏਬਲ ਉਹਨੂੰ ਹੁੰਦੇ ਨੇ ਆਪਾਂ ਯੂਜ਼ ਕਰਦੇ ਉਹਨਾਂ ਨੂੰ ਟਾਈਪ ਦੀ ਅਤੇ ਜਿਹੜੇ ਵੀ ਵੈਰੀਏਬਲ ਆ ਐਕਸਪ੍ਰੈਸ਼ਨ ਵਿੱਚ ਯੂਜ਼ ਕਰਦੇ ਹਾਂ ਵੀ ਉਹਨਾਂ ਦੀ ਜ਼ਰੂਰਤ ਪੈਂਦੀ ਆ, ਤਾਂ ਉਹਨਾਂ ਦੇ ਫਰਦਰ ਆਪਾਂ ਡਿਸਕਸ ਕਰਦੇ ਹਾਂ। ਜਿਵੇਂ ਇਹਦੇ ਵਿੱਚ ਪਹਿਲਾਂ ਬੇਸਿਕ ਡਾਟਾ ਟਾਈਪਸ ਅਤੇ ਉਹਦੇ ਮੈਪਿੰਗ ਆਫ ਟੂ CTS ਦੇ ਨਾਲ ਮਤਲਬ ਡਾਟਾ ਟਾਈਪ ਦਾ ਕਿਵੇਂ ਮਤਲਬ ਇੱਕ ਦੂਜੇ ਨਾਲ ਜੁੜਦੇ ਆ। ਇਹ ਵੈਰੀਏਬਲਸ ਕੀ ਹੁੰਦੇ ਨੇ, ਕੌਨਸਟੈਂਟ ਵੈਰੀਏਬਲ ਔਰ ਸਿੰਬਲ ਕੀ ਨੇ, ਨੇਮਿੰਗ ਕਨਵੈਨਸ਼ਨ ਕੀ ਹੈ ਵੈਰੀਏਬਲ ਦੇ ਲਈ, ਮੈਥਡ ਕਿਹੜੇ ਹੁੰਦੇ ਨੇ, ਆਪਰੇਟਰ ਕੀ ਨੇ, ਠੀਕ ਹੈ, ਪ੍ਰੀਡੈਂਸ, ਫਲੋ ਕੰਟਰੋਲ ਸਟੇਟਮੈਂਟ ਕੀ ਨੇ, ਇਹਦੇ ਵਿੱਚ ਐਰੇ, ਇਹਨਾਂ ਬਾਰੇ ਡਿਸਕਸ ਕਰਾਂਗੇ। ਪਹਿਲਾਂ ਆਪਾਂ ਪੜ੍ਹਦੇ ਹਾਂ ਬੇਸਿਕ ਡਾਟਾ ਟਾਈਪ ਐਂਡ ਦੇਅਰ ਮੈਪਿੰਗ ਟੂ CTS ਦੇ ਨਾਲ ਇਹਨਾਂ ਦੀ ਮੈਪਿੰਗ ਹੈ ਜਿਹੜੀ ਕਿਵੇਂ ਆ, ਠੀਕ ਹੈ ਜੀ। ਜਿਹਦੇ ਵਿੱਚ ਕੀ ਆ ਆਪਣੇ ਕੋਲੇ ਲਾਈਕ ਐਨੀ ਪ੍ਰੋਗਰਾਮਿੰਗ ਲੈਂਗੁਏਜ, ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਲੈ ਲਓ ਬੇਟਾ। C# ਡਿਫਾਈਨ ਆ ਇਨ ਇੰਟਰਸਟਿਕ ਸੈਟ ਆਫ ਦਾ ਫੰਡਾਮੈਂਟਲ ਡਾਟਾ ਟਾਈਪ, ਮਤਲਬ ਕਿ ਕਲੈਕਸ਼ਨ ਹੁੰਦੀ ਆ ਫੰਡਾਮੈਂਟਲ ਡਾਟਾ ਟਾਈਪਸ ਦੀ, ਵਿਚ ਆਰ ਯੂਜ਼ ਟੂ ਰਿਪਰੈਜ਼ੈਂਟ ਦਾ ਲੋਕਲ ਵੈਰੀਏਬਲ, ਜਿਹੜੇ ਆਪਾਂ ਯੂਜ਼ ਕਰਦੇ ਹਾਂ ਲੋਕਲ ਵੈਰੀਏਬਲ ਨੂੰ ਰਿਪਰੈਜ਼ੈਂਟ ਕਰਵਾਉਣ ਦੇ ਲਈ, ਮੈਂਬਰ ਵੈਰੀਏਬਲ ਨੂੰ ਵੀ ਰਿਪਰੈਜ਼ੈਂਟ ਕਰਵਾਉਂਦੇ ਨੇ, ਰਿਟਰਨ ਵੈਲਿਊ ਨੂੰ ਵੀ, ਪੈਰਾਮੀਟਰ ਨੂੰ, ਮਤਲਬ ਕਿ ਹਰ ਇੱਕ ਚੀਜ਼ ਲੋਕਲ ਵੀ ਆਪਾਂ ਜਿਹੜੇ ਉਹਦੇ ਪਾਰਟਸ ਨੇ, ਉਹਦੇ ਵੈਲਿਊਜ਼ ਨੇ, ਉਹਦੇ ਪੈਰਾਮੀਟਰ ਜੋ ਵੀ ਆਪਾਂ ਪਾਸ ਕਰ ਰਹੇ ਹਾਂ ਹਰ ਇੱਕ ਚੀਜ਼ ਨੂੰ ਰਿਪਰੈਜ਼ੈਂਟ ਕਰਵਾਉਂਦੇ ਨੇ। Unlike other programming languages, however, these keywords are much more than simple compiler recognized, ਮਤਲਬ ਕਿ ਦੂਜਿਆਂ ਦੇ ਵਿੱਚ ਜਿਹੜੇ ਆਪਾਂ ਕੀਵਰਡ ਉਹਨਾਂ ਨੂੰ ਟੋਕਨ ਦੇ ਨਾਮ ਨਾਲ ਜਾਣਦੇ ਹਾਂ। Rather, the C# data type keyword are actually shorthand notation for full blown type in the system namespace, ਪਰ C# ਦੇ ਵਿੱਚ ਆਪਾਂ ਕੀ ਜਿਹੜਾ ਕੀਵਰਡ ਜੋ ਸਿਸਟਮ ਨੇਮਸਪੇਸ ਦੇ ਨਾਮ ਨਾਲ ਜਾਣਦੇ ਹਾਂ। ਜਿਵੇਂ ਟੇਬਲ 2.AL ਲਿਸਟ ਈਚ ਸਿਸਟਮ ਡਾਟਾ ਟਾਈਪ ਇਟ ਰੇਂਜਸ, ਉਹਦੇ ਬਾਰੇ ਦੱਸਿਆ ਗਿਆ ਵੀ ਕਿੰਨੀ ਰੇਂਜ ਆਪਾਂ ਡਾਟਾ ਟਾਈਪ ਦੀ ਜਿਹੜੀ ਯੂਜ਼ ਕਰਦੇ ਹਾਂ, ਅਤੇ ਟਾਈਪਸ ਜਿਹੜੀ ਕੰਪਲੀਕੇਟ ਵਿਦ ਕਾਮਨ ਲੈਂਗੁਏਜ ਸਪੈਸੀਫਿਕੇਸ਼ਨ ਦੇ ਨਾਲ ਕਿਵੇਂ ਉਹ ਕੰਮ ਕਰਦੀ ਆ। ਜਿਵੇਂ ਪਹਿਲਾਂ ਆਪਣੇ ਕੋਲੇ ਦਿੱਤਾ ਹੋਇਆ ਗਾ, ਸਭ ਤੋਂ ਪਹਿਲਾਂ ਆਪਣੇ ਕੋਲੇ ਆ ਗਿਆ C# ਦੀ ਟਾਈਪ, ਕੀਵਰਡ ਕਿਸ ਟਾਈਪ ਦੇ ਆ, ਕੰਪਲੇਂਟ ਉਹਦੇ ਨਾਲ ਹੈਗੀ ਹੈ ਕਿ ਨਹੀਂ, ਸਿਸਟਮ ਟਾਈਪ ਉਹਦੀ ਕਿਹੜੀ ਆਉਂਦੀ ਆ, ਸਾਈਜ਼ ਉਹਦਾ ਕਿੰਨਾ ਯੂਜ਼ ਕੀਤਾ, ਇਹਨਾਂ ਦੀ ਡਿਸਕ੍ਰਿਪਸ਼ਨ ਕੀ ਆ। ਪਹਿਲਾਂ ਆਪਾਂ ਬਾਈਟ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਬਾਈਟ ਦੇ ਵਿੱਚ ਕੰਮ ਕਰਦੇ ਹਾਂ। ਬਾਈਟ ਮਤਲਬ ਕੰਪਲੇਂਟ ਯੈਸ ਆ, system.byte ਜਿਹੜੀ ਨੋਟ ਨੈਟ ਦੇ ਵਿੱਚ ਇਹਦੀ ਟਾਈਪ ਆ system.byte ਦੇ ਨਾਮ ਨਾਲ ਜਾਣਾਂਗੇ। ਕਿੰਨੇ ਬਾਈਟ ਡਾਟਾ ਆਪਦੇ ਵਿੱਚ ਲੈਂਦੀ ਆ ਇਹ 1 ਬਾਈਟ। ਤਾਂ ਅਨਸਾਈਨਡ ਕਿੰਨੇ ਹੁੰਦੇ ਆ, ਮਤਲਬ ਕਿ ਇਹਦੇ ਵਿੱਚ ਅਨਸਾਈਨਡ ਜਿਨ੍ਹਾਂ ਨੂੰ ਕੋਈ ਸਾਈਨ ਨਹੀਂ ਅਸਾਈਨ ਕੀਤਾ ਨਾ ਪਲੱਸ ਨਾ ਮਾਈਨਸ, ਉਹ ਕਿੰਨੇ ਬਿਟ ਲੈਂਦੀ ਆ ਇਹ 8 ਬਿਟ ਲੈਂਦੀ ਆ। ਰੇਂਜ ਕਿੱਥੋਂ ਇਹਦੀ 0 ਤੋਂ ਲੈ ਕੇ 255 ਤੱਕ ਹੁੰਦੀ ਆ, ਮਤਲਬ ਕਿ ਇਹਦੇ ਵਿੱਚ ਕੀ ਹੈ ਨੈਗੇਟਿਵ ਵੈਲਿਊਜ਼ ਕੰਟੇਨ ਆ ਜਿਹੜੀਆਂ ਨਹੀਂ ਕੀਤੀਆਂ ਜਾਂਦੀਆਂ। S ਬਾਈਟ ਇਹਦੇ ਵਿੱਚ ਆਪਾਂ ਕੰਪਲੇਂਟ ਆ ਜਿਹੜੀ CLS ਕੰਪਲੇਂਟ ਨਹੀਂ ਹੁੰਦੀ, ਠੀਕ ਹੈ। system.byte ਹੀ ਇਹਦੀ ਟਾਈਪ ਆ, ਇਹਦੇ ਵਿੱਚ ਵੀ ਇਹ ਸਾਈਜ਼ ਦੇ ਵਿੱਚ 1 ਬਾਈਟ ਡਾਟਾ ਲੈਂਦੀ ਆ। ਇਹਦੇ ਵਿੱਚ ਵੀ ਸਾਈਨਡ 8 ਬਿਟ ਹੁੰਦੇ ਨੇ। ਸਾਈਨਡ 8 ਬਿਟ ਦਾ ਮਤਲਬ ਕਹਿਣ ਦਾ ਮਤਲਬ ਕਿ ਜਿਹੜੀ ਇਹਦੀ ਰੇਂਜਸ ਆ ਉਹ ਨੈਗੇਟਿਵ ਵੀ ਹੁੰਦੀ ਹੈ ਅਤੇ ਪੋਜ਼ੀਟਿਵ ਵੀ ਹੁੰਦੀ ਹੈ। -127 ਤੋਂ ਲੈ ਕੇ ਪਲੱਸ ਕਿੱਥੋਂ ਜਾਂਦੀ ਹੈ 128 ਤੱਕ। ਤਾਂ ਇਹਦੇ S ਬਾਈਟ ਪੁੱਤੇ ਨੂੰ ਤਾਂ ਯੂਜ਼ ਕੀਤਾ ਕਿਉਂਕਿ ਇਹ ਸਾਈਨਡ ਆ, S ਤਾਂ ਯੂਜ਼ ਕਰ ਰਹੇ ਇਹਦੇ ਮੂਰੇ। S ਸ਼ਾਰਟ ਵੀ ਆਪਣੇ ਕੋਲ ਇਹਦੀ ਯੈਸ ਕੰਪਾਈਲੈਂਟ ਆ। ਸਿਸਟਮ ਡੋਂਟ ਜਿਹੜੀ ਆਪਣੇ ਕੋਲ ਇਹ ਇੰਟੀਜ਼ਰ ਟਾਈਪ ਆ, ਕਿਹੜੀ ਟਾਈਪ ਆ ਇੰਟੀਜ਼ਰ 16, ਇਹਦੇ ਵਿੱਚ ਦਿੱਤਾ ਹੋਇਆ ਮਤਲਬ ਇਹਦੇ ਵਿੱਚ ਆਪਾਂ ਟੋਟਲ ਕਿੰਨੇ ਬਿਟ ਲੈਂਦੇ ਆ 16 ਬਿਟ ਲੈਂਦੇ ਆ, ਅਤੇ ਤਾਂ ਕਰਕੇ ਕਿੰਨੇ ਬਾਈਟ ਹੋ ਜੂਗਾ ਇਹਦਾ ਸਾਈਜ਼ 2 ਬਾਈਟ ਹੋ ਜੂਗਾ। ਤਾਂ ਕੀ ਹੋ ਜੂਗਾ ਇਹਦੇ ਵਿੱਚ ਆਪਣੇ ਕੋਲੇ ਸਾਈਨਡ 16 ਬਿਟ ਨੰਬਰ, ਰੇਂਜ ਫਰੋਮ ਕੀ ਹੁੰਦਾ -32768 ਤੋਂ ਲੈ ਕੇ ਪਲੱਸ 32767 ਤੱਕ ਯੂਜ਼ ਕਰੂਗਾ। ਅਨਸ਼ਾਰਟ ਜਿਹੜੀ ਹੁੰਦੀ ਆ ਆਪਣੇ ਕੋਲੇ system.unInteger 16 ਬਿਟ ਹੀ ਇਹ ਲੈਂਦੀ ਆ, ਠੀਕ ਹੈ ਜੀ। ਬਟ ਇਹਦੇ ਵਿੱਚ ਕਿੰਨੇ ਬਾਈਟ ਡਾਟਾ ਹੋ ਜੂ 16 ਬਿਟ ਤੋਂ 2 ਬਾਈਟ ਬਣ ਜੂ। ਇਹਦੇ ਵਿੱਚ ਅਨਸਾਈਨਡ 16 ਬਿਟ ਹੁੰਦੇ ਨੇ। ਰੇਂਜ ਕਿੱਥੇ ਹੁੰਦੀ ਹੈ 0 ਤੋਂ ਲੈ ਕੇ 65535 ਤੱਕ। ਅੱਗੇ ਆ ਗਿਆ ਇੰਟ ਦੀ ਜਿਹੜੀ ਸਿਸਟਮ ਜਿਹੜੀ ਇੰਟੀਜ਼ਰ 32 ਮਤਲਬ ਕਿ ਟੋਟਲ 32 ਬਿਟ ਲੈਂਦੀ ਆ, ਤਾਂ ਕਿੰਨੇ ਬਾਈਟ ਹੋ ਗਿਆ 4 ਬਾਈਟ ਹੋ ਗਿਆ, ਠੀਕ ਹੈ ਜੀ। ਸਾਈਨਡ ਕਰਦੇ 32 ਬਿਟ ਨੰਬਰ। ਰੇਂਜ ਕਿੱਥੋਂ ਸਟਾਰਟ ਹੈ ਇਹਦੀ -21 47 48 36 48 ਤੋਂ ਲੈ ਕੇ ਪਲੱਸ 21 47 36 48 47 ਪਲੱਸ ਤੱਕ ਜਾਂਦੀ, ਮਤਲਬ ਨੈਗੇਟਿਵ ਤੋਂ ਲੈ ਕੇ ਪੋਜ਼ੀਟਿਵ ਤੱਕ ਜਾਂਦੀ ਆ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਅਨਇੰਟੀਜ਼ਰ ਦੇ ਵਿੱਚ ਕੀ ਹੁੰਦਾ ਗਾ, ਇਹ ਵੀ 32 ਬਿਟ ਲੈਂਦੀ ਆ। 32 ਬਿਟ ਦੇ ਵਿੱਚ ਕੀ ਹੋ ਜਾਂਦਾ ਬੇਟਾ ਆਪਣੇ ਕੋਲੇ ਵੀ ਟੋਟਲ ਇਹ ਕਿੰਨੇ ਬਾਈਟ ਲੈ ਲਏ ਨੇ 4 ਬਾਈਟ ਲੈ ਲਈ, ਤਾਂ ਇਹ ਵੀ 0 ਤੋਂ ਲੈ ਕੇ ਇੰਨੀ ਵੈਲਿਊ ਲੈਂਦੀ ਆ। ਇਸ ਤੋਂ ਬਾਅਦ ਲੌਂਗ ਦੀ ਗੱਲ ਕੀਤੀ ਹੈ। ਲੌਂਗ ਆਪਣੇ ਕੋਲੇ ਕਹੂਗਾ 64 ਬਿਟ। ਕਿੰਨੇ ਬਿਟ ਲਊਗਾ ਲੌਂਗ 64 ਬਿਟ, ਜਿਹਦੇ ਟੋਟਲ ਕਿੰਨੇ ਬਾਈਟ ਬਣ ਜਾਣਗੇ 8। ਤਾਂ ਫਿਰ ਇਹ 64 ਬਿਟ ਦੇ ਵਿੱਚ ਇਹਦੀ ਰਿਪਰੈਜ਼ੈਂਟੇਸ਼ਨ ਇਹ ਆ। ਅੱਗੇ ਆਪਣੇ ਕੋਲੇ ਅਨਲੌਂਗ ਦੀ ਗੱਲ ਕੀਤੀ ਆ।
ਇਹਦੇ ਵਿੱਚ ਵੀ ਅਨਲੌਕ ਦੇ ਵਿੱਚ 64 ਬਿਟ ਲਊਗੀ, ਬਟ ਇਹਦੇ ਵਿੱਚ ਕੀ ਹੁੰਦਾ ਗਾ 0 ਤੋਂ ਲੈ ਕੇ ਇੰਨੀ ਵੈਲਿਊ ਦਿਖਾਈ ਗਈ ਆ। ਅੱਗੇ ਆ ਗਈ ਫਲੋਟ ਦੀ ਗੱਲ। ਫਲੋਟਿੰਗ ਜਿਹੜੀਆਂ ਆਪਣੇ ਕੋਲੇ ਪੁਆਇੰਟਿੰਗ ਡਾਟਾ ਟਾਈਪ ਨੇ। ਫਲੋਟ ਦੇ ਵਿੱਚ ਕੀ ਹੈ ਬੇਟਾ ਸਿਸਟਮ ਡਾਟ ਸਿੰਗਲ। ਪਹਿਲਾਂ ਸਿੰਗਲ ਦੀ ਗੱਲ ਕੀਤੀ ਹੈ। ਸਿੰਗਲ ਦੇ ਵਿੱਚ ਪੁੱਤ ਕੀ ਹੋਊਗਾ 32 ਬਿਟ ਫਲੋਟਿੰਗ ਪੁਆਇੰਟ ਜਿਹੜੀ ਇਹ ਨੰਬਰ ਲਊਗੀ 32 ਬਿਟ ਲਊਗੀ। ਕਿੰਨੇ ਬਿਟ ਲਊਗੀ 32, ਜਿਹਦੀ ਰੇਂਜ ਹੋਊਗੀ ਪਲੱਸ ਮਾਈਨਸ 1.5 ਤੋਂ ਲੈ ਕੇ 10 ਤੋਂ ਲੈ ਕੇ -45 ਤੱਕ ਦੇ ਬਿਟਵੀਨ ਹੋਊਗੀ। प्लस -3.4 गुणा 10 की रेज पावर 38 तक विद 7 डिजिट प्रसीजन रिक्वायर्ड द सफिक्स। तो ये आपको एफ की वरतों फ्लोट के लिए आप की यूज़ कर देंगे एफ यूज़ करते हैं। हुण इस तरह ही जो सिस्टम सिंगल लैंदा फ्लोट के एक बारी सिंगल लैंदा सैकेंड बारी डबल लैता डबल 32 लऊगा तो किन्ने लऊगा डबल 64 बिट लऊगा। तो इस तरह उसकी की दिखाई हुई है 64 प्रसीजन दिखाया हुआ। अगे अपने को अदर टाइप जिमें बुलियन आ बुलियन के बेटा अपने को ट्रुथ या फाल्स वैल्यू शो करता। जे आप ये किन्ने बाइट डाटा लऊगा 1 बाइट ही लैंदा। किन्ने बाइट लैंदा 1 बाइट लैंदा। ये जां तां आंसर सही होगा जां की होगा गलत। कैर दे विच की हुंदा सिस्टम डॉट कैर लऊगा यह 2 बाइट डाटा लऊगा। कंटेन एनी सिंगल यूनीकोड करैक्टर इनक्लोज्ड इन सिंगल क्वेश्चन मतलब कि सिंगल कॉमिया दे विच जिहड़ा करैक्टर की हुंदा गा जिहड़ा सिंगल कॉमिया दे विच बंद किया जाता। इस तो बाद जिहड़ी डेसीमल वैल्यू आ डेसीमल दे विच जिहड़ी उहदी डॉट नैट की टाइप आ सिस्टम डॉट डेसीमल है। यह अपने को टोटल 12 बाइट डाटा लैंदी है तो 96 बिट लऊगी। किन्ने बिट लऊगी 96 बिट। तो ये टोटल की हो गया बेटा अपने को 96 बिट। हुण 12 बाइट आ तो 96 बिट के 12 बाइट ही बन गए ना 12 8 96। सट्रिंग दे विच की है सिस्टम डॉट सट्रिंग है ये अपने को करैक्टर ऑफ सट्रिंग नूं लऊगी। ये डबल कॉमिया दे विच बंद किए जाते हैं। किन्ने दे विच किए जाते हैं डबल कॉमिया दे विच। अगे आ गया ऑब्जैक्ट। ऑब्जैक्ट दे विच की सिस्टम डॉट ऑब्जैक्ट है दिस इज़ द बेस क्लास ऑफ ऑल टाइप्स इन डॉट नैट। ये बेस क्लास है। वी कैन स्टोर एनी डाटा टाइप इन द ऑब्जैक्ट वेरीएबल। ऑब्जैक्ट टाइप वेरीएबल दे विच आपां किसी भी टाइप की डाटा टाइप नूं की कर सकते हैं स्टोर है जिहड़ा कर सकते। ठीक है जी। अगे ये जिवें एक प्रोग्राम दिता होया बेटा देखो प्रोग्राम आप डिस्क्रिप्शन की हैगी प्रोग्राम जिमें दिस प्रोग्राम विल डिमोस्ट्रेट दैट एवरीथिंग इज़ एन ऑब्जैक्ट इन सी शार्प। सी शार्प के विच आपां मतलब ऑब्जैक्टां दी मतलब बारे गल करांगे। तो इन दिस प्रोग्राम वी यूज़ गोइंग टू कन्वर्ट अ नंबर इनटू स्ट्रिंग यूजिंग द टू स्ट्रिंग मैथड। तो मतलब नंबर नूं आपां काहदे विच कन्वर्ट करना गा स्ट्रिंग दे विच कन्वर्ट करांगे किस मैथड नूं यूज़ करके टू स्ट्रिंग मैथड नूं यूज़ करके। सब तो पहला आपां की करना स्टैप नंबर 1 दे विच पहला फाइल मीनू ते क्लिक करांगे। जो आप उत्ते क्लिक किया तो नवा प्रोजैक्ट खुल जूगा तुहाडा। न्यू प्रोजैक्ट डायलॉग बॉक्स सिलैक्ट करांगे प्रोजैक्ट की टाइप एज विजुअल सी शार्प। आप सी शार्प च बना रहे हैं तो सी शार्प सिलैक्ट कर लाँगे। विजुअल स्टूडियो इंस्टॉल्ड जो टैंपलेट है सिलैक्ट द कंसोल वो कि एप्लीकेशन करांगे आप कंसोल एप्लीकेशन। नेम द एप्लीकेशन एवरीथिंग इज़ ऑब्जैक्ट ना वह जो एप्लीकेशन का नाम की देना तुसी एवरीथिंग इज़ ऑब्जैक्ट। सैट की करांगे वो लोकेशन। तो एड द फॉलोइंग कोड टू द सी शार्प कंसोल एप्लीकेशन कोड इंस्टॉल करांगे। जो आप खोलांगे बेटा यूजिंग सिस्टम जो नेम स्पेस एवरीथिंग इज़ ऑब्जैक्ट ये सारी चीज़ें अपने आप ही ऐड हो जाएगियां वो। तो उस तो बाद क्लास कादी क्रिएट की आप प्रोग्राम की बनाई है स्टैटिक वॉइड मेन कल मैं तुहानूं समझाया सीगा जिहड़ा वॉइड आ वो स्टैटिक नाल भी डिक्लेयर करवा सकते हैं आप। स्ट्रिंग दे विच आपां स्ट्रिंग पास कर रहे हैं आर्गूमेंट पास कर रहे हैं। इस तो बाद की कर रहे हैं आप स्ट्रिंग वैरीएबल डिक्लेयर करवावांगे। स्ट्रिंग वैरीएबल की है चैक दिस। चैक दिस की है एक वैरीएबल आ जिन्होंने एंड किया काहदे नाल आपां सैमीकोलन दे नाल। चैक दिस दे विच किन्नी मतलब किहड़ा आपां मैथड पास कर रहे हैं इन्होंने कहा होया आपां नूं मैथड उपर टू स्ट्रिंग का काहदा कर रहे हैं टू स्ट्रिंग का। तो हुण स्ट्रिंग किन्ने बाइट लैंदी आ 8 बाइट लैंदी आ। तो 8 मल्टीप्लाई कितना हो गया अपने कोले 2 स्ट्रिंग। तो कंसोल डॉट राइट नंबर एज अ स्ट्रिंग। स्ट्रिंग की मतलब आप वैल्यू जी असाइन करवाती तो एंड करता है। इस तो बाद ये आउटपुट देखो नंबर एज अ स्ट्रिंग कितनी होगी 8 आ गया आंसर वह कितना आ गया। नंबर एज अ स्ट्रिंग कितनी पास करती आप 8 करती। तो ऑब्जर्व द लाइन ऑफ कोड इन बोल्ड। ठीक है चैक दिस 8.2 स्ट्रिंग जो एक मैथड लगाया दिस इट इज़ समथिंग वी हैव नॉट कम अक्रॉस एनी प्रोग्रामिंग लैंग्वेज आफ्टर ऑल 8 इज़ नंबर हाउ कैन इट हैव अ मैथड। मैथड के आप इन्हूं किवें यूज़ करते हैं। ठीक है ये चीज़ तुहानूं शो आउट है जी उस प्रोग्राम के हो जूगी। इस तो बाद वैरीएबल्स वैरीएबल्स की होंदे ने ड्यूरिंग द एग्जीक्यूशन ऑफ द प्रोग्राम। जदों आप प्रोग्राम की एग्जीक्यूशन शुरू करते हैं जिहड़े वैरीएबल्स आ ड्यूरिंग द एग्जीक्यूशन ऑफ प्रोग्राम
ਠੀਕ ਹੈ। ਡਾਟਾ ਇਜ਼ ਟੈਂਪਰੇਰੀ ਸਟੋਰਡ ਇਨ ਮੈਮਰੀ। ਜਦੋਂ ਆਪਾਂ ਪ੍ਰੋਗਰਾਮ ਨੂੰ ਆਪਾਂ ਐਗਜ਼ੀਕਿਊਟ ਕਰਦੇ ਹਾਂ ਤਾਂ ਡਾਟਾ ਟੈਂਪਰੇਰੀ ਬੇਸ ਤੇ ਕਾਹਦੇ ਵਿੱਚ ਸਟੋਰ ਹੋ ਜਾਂਦਾ? ਮੈਮਰੀ ਦੇ ਵਿੱਚ। ਵੈਰੀਏਬਲ ਇਜ਼ ਦਾ ਨੇਮ ਗਿਵਨ ਟੂ ਦਾ ਮੈਮਰੀ ਲੋਕੇਸ਼ਨ। ਜਿੱਥੇ ਆਪਾਂ ਮੈਮਰੀ ਲੋਕੇਸ਼ਨ ਜਿੱਥੇ ਆਪਾਂ ਡਾਟਾ ਸਟੋਰ ਕਰਨਾ ਚਾਹੁੰਦੇ ਉਹਨੂੰ ਇੱਕ ਨਾਮ ਦਿੰਦੇ ਆ। ਪਾਰਟੀਕੂਲਰ ਟਾਈਪ ਆਫ ਡਾਟਾ, ਵੀ ਕਿਸ ਟਾਈਪ ਦਾ ਡਾਟਾ। ਸੋ ਈਚ ਵੈਰੀਏਬਲ ਹੈਜ਼ ਐਸੋਸੀਏਟਡ ਵਿਦ ਇਟ ਡਾਟਾ ਟਾਈਪ ਐਂਡ ਵੈਲਿਊ। ਵੀ ਜਿਹੜਾ ਹਰ ਇੱਕ ਵੈਰੀਏਬਲ ਹੈ ਇਹਦੇ ਨਾਲ ਰਿਲੇਟਡ ਹੁੰਦਾ ਡਾਟਾ ਟਾਈਪ ਦੇ ਨਾਲ ਤੇ ਉਹਦੀ ਵੈਲਿਊ ਦੇ ਨਾਲ। ਤਾਂ ਡਿਕਲੇਅਰੇਸ਼ਨ ਆਫ ਦਾ ਵੈਰੀਏਬਲ ਡਜ਼ 3 ਥਿੰਗਸ। 3 ਚੀਜ਼ਾਂ ਕਰਦੀ ਆ। ਪਹਿਲਾ, ਇਟ ਟੇਲਸ ਦਾ ਕੰਪਾਈਲਰ ਵਟ ਦਾ ਵੈਰੀਏਬਲ ਨੇਮ। ਪਹਿਲਾਂ ਤਾਂ ਇਹ ਕੰਪਾਈਲਰ ਨੂੰ ਇਹ ਦੱਸੂ ਵੀ ਵੈਰੀਏਬਲ ਦਾ ਕੀ ਨਾਮ ਆ। ਦੂਜਾ ਕੀ ਆ, ਇਟ ਸਪੈਸੀਫਾਈ ਵਟ ਟਾਈਪ ਆਫ ਡਾਟਾ ਦਾ ਵੈਰੀਏਬਲ ਵਿਲ ਹੋਲਡ। ਵੈਰੀਏਬਲ ਕਿਸ ਟਾਈਪ ਦਾ ਡਾਟਾ ਸਟੋਰ ਕਰ ਰਿਹਾ, ਇੰਟ ਟਾਈਪ ਦਾ ਕਰ ਰਿਹਾ, ਸਟ੍ਰਿੰਗ ਟਾਈਪ ਦਾ ਕਰ ਰਿਹਾ, ਕਰੈਕਟਰ ਟਾਈਪ ਦਾ ਕਰ ਰਿਹਾ। ਤਾਂ ਪਲੇਸ ਆਫ ਡਿਕਲੇਅਰੇਸ਼ਨ ਡਿਸਾਈਡ ਦਾ ਸਕੋਪ ਆਫ ਵੈਰੀਏਬਲ। ਆਪਾਂ ਸਕੋਪ ਦੇਖਾਂਗੇ ਵੈਰੀਏਬਲ ਦਾ ਵੀ, ਆਪਾਂ ਵੈਰੀਏਬਲ ਕਿੱਥੋਂ ਤੱਕ ਯੂਜ਼ ਕਰ ਸਕਦੇ ਹਾਂ। ਤਾਂ ਇਨ ਸੀ ਸ਼ਾਰਪ ਵੈਰੀਏਬਲਸ ਆਰ ਡਿਕਲੇਅਰ ਐਜ਼ ਫੋਲੋਜ਼। ਪਹਿਲਾਂ ਦੇਖੋ ਬੇਟਾ ਸਾਇੰਟੈਕਸ ਦਾ, ਪਹਿਲਾਂ ਡਾਟਾ ਟਾਈਪ ਦਾ ਨਾਮ ਦੇਵਾਂਗੇ, ਡਾਟਾ ਟਾਈਪ ਕਿਹੜੀ ਆ, ਫਿਰ ਉਸ ਤੋਂ ਬਾਅਦ ਵੈਰੀਏਬਲ ਦਾ ਕੀ ਦਿੱਤਾ, ਨੇਮ ਤੇ ਐਂਡ ਕਰਤਾ ਕਾਹਦੇ ਨਾਲ, ਸੈਮੀਕੋਲਨ ਦਾ। ਜਿਵੇਂ ਐਗਜ਼ਾਮਪਲ ਲੱਤੀ ਆ ਇੰਟ ਐਕਸ। ਦਾ ਅਬਵ ਸਟੇਟਮੈਂਟ ਵਿਲ ਰਿਜ਼ਰਵ ਦਾ ਏਰੀਆ ਆਫ ਕਿੰਨਾ, ਇੰਟੀਜਰ ਕਿੰਨੇ ਬਾਈਟ ਡਾਟਾ ਲੈਂਦੀ ਆ, 4 ਬਾਈਟ। ਠੀਕ ਹੈ। ਟੂ ਸਟੋਰ ਇੰਟੀਜਰ ਵੈਲਿਊ ਤਾਂ ਵਿਚ ਵਿਲ ਬੀ ਰੈਫਰ ਟੂ ਇਨ ਦਾ ਰੈਸਟ ਆਫ ਪ੍ਰੋਗਰਾਮ ਬਾਈ ਆਇਡੈਂਟੀਫਾਇਰ ਐਕਸ। ਇਹਦਾ ਨਾਮ ਕੀ ਹੋ ਗਿਆ ਵੈਰੀਏਬਲ ਦਾ, ਐਕਸ ਹੋ ਗਿਆ। ਤਾਂ ਵੀ ਕੈਨ ਆਲਸੋ ਇਨੀਸ਼ੀਅਲਾਈਜ਼ ਦਾ ਵੈਰੀਏਬਲ ਐਜ਼ ਟੂ ਡਿਕਲੇਅਰ ਇਟ ਐਂਡ ਕੈਨ ਆਲਸੋ ਡਿਕਲੇਅਰ ਇਨੀਸ਼ੀਅਲਾਈਜ਼ ਮਲਟੀਪਲ ਵੈਰੀਏਬਲ ਸੇਮ ਟਾਈਪ ਇਨ ਦਾ ਸਿੰਗਲ ਸਟੇਟਮੈਂਟ। ਇੱਕੋ ਸਟੇਟਮੈਂਟ ਦੇ ਵਿੱਚ ਇੱਕ ਤੋਂ ਜ਼ਿਆਦਾ ਵੀ ਆਪਾਂ ਜਿਹੜੀ ਵੈਰੀਏਬਲਸ ਆ ਡਿਕਲੇਅਰ ਕਰਵਾ ਸਕਦੇ। ਜਿਵੇਂ ਐਗਜ਼ਾਮਪਲ ਇੰਟ ਐਕਸ ਨੂੰ ਜੇ ਆਪਾਂ 10 ਵੈਲਿਊ ਸਾਈਨ ਕਰਵਾਈਏ ਤਾਂ ਡਬਲ ਦੇ ਵਿੱਚ ਆਪਾਂ ਪਾਈ ਦੀ ਵੈਲਿਊ ਕਿੰਨੀ ਸਾਈਨ ਕਰਵਾਈ ਆ, 3.14 ਤੇ ਆਰ ਦੀ ਵੈਲਿਊ ਕਿੰਨੀ ਕਰਵਾਈ ਆ, 2.5। ਤਾਂ ਇਨ ਸੀ ਸ਼ਾਰਪ ਯੂ ਮਸਟ ਡਿਕਲੇਅਰ ਵੈਰੀਏਬਲ ਬਿਫੋਰ ਯੂਜ਼ਿੰਗ ਦੈਮ। ਜੇ ਆਪਾਂ ਨੂੰ ਯੂਜ਼ ਕਰਨ ਤੋਂ ਪਹਿਲਾਂ ਇਹਨਾਂ ਨੂੰ ਕੀ ਕਰਨਾ ਪੈਂਦਾ ਬੇਟਾ, ਸੀ ਸ਼ਾਰਪ ਦੇ ਵਿੱਚ ਵੈਰੀਏਬਲ ਡਿਕਲੇਅਰ ਕਰਨੇ ਪੈਂਦੇ। ਦੇਖੋ ਇਹ ਤਾਂ ਆਪਾਂ ਇਹ ਵੀ ਦੇਖਦੇ ਸੀ ਦੇ ਵਿੱਚ ਵੀ ਯੂਜ਼ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਡਿਕਲੇਅਰ ਕਰਵਾਉਂਦੇ ਸੀ, ਹੈ ਨਾ। ਤਾਂ ਆਲਸੋ ਦੇਅਰ ਇਜ਼ ਦਾ ਕੰਸੈਪਟ ਆਫ ਡਿਫਾਈਨ ਅਸਾਈਨਮੈਂਟ। ਮਤਲਬ ਡੈਫੀਨੇਟ ਅਸਾਈਨਮੈਂਟ ਆ ਵੀ, ਮਤਲਬ ਕੋਈ ਨਾ ਕੋਈ ਵੈਲਿਊ ਜਿਹੜੀ ਉਹਨਾਂ ਨੂੰ ਅਸਾਈਨ ਕਰਵਾਉਣੇ ਆ। ਇਨ ਦਾ ਸੀ ਸ਼ਾਰਪ ਡਿਫਾਈਨੇਟ ਕਹਿੰਦੇ ਅਸਾਈਨਮੈਂਟ ਸੇਜ਼ ਦ ਲੋਕਲ ਵੈਰੀਏਬਲ ਮਸਟ ਬੀ ਇਨੀਸ਼ੀਅਲਾਈਜ਼ਡ ਬਿਫੋਰ ਬੀਇੰਗ ਯੂਜ਼ਡ। ਪਹਿਲਾਂ ਆਪਾਂ ਲੋਕਲ ਵੈਰੀਏਬਲ ਕੀ ਆ ਇਨੀਸ਼ੀਅਲਾਈਜ਼ ਸ਼ੁਰੂ ਕੀਤੇ ਜਾਂਦੇ ਨੇ ਇਹਨਾਂ ਨੂੰ ਯੂਜ਼ ਕਰਨ ਤੋਂ ਬਾਅਦ। ਤਾਂ ਦਿਸ ਕੈਨ ਬੀ ਡੈਮੋਸਟ੍ਰੇਟ ਬਾਈ ਦਾ ਪ੍ਰੋਗਰਾਮਰ 2.3। ਬੇਟਾ ਹੁਣ ਆਪਣੇ ਕੋਲ ਇੱਕ ਪ੍ਰੋਗਰਾਮ ਹੋਰ ਆ ਗਿਆ। ਇਹਦੇ ਵਿੱਚ ਕੀ ਹੈ, ਡਿਸਕ੍ਰਿਪਸ਼ਨ ਦੇਖੋ ਪਹਿਲਾਂ ਪ੍ਰੋਗਰਾਮ ਦੀ। ਦਿਸ ਪ੍ਰੋਗਰਾਮ ਵਿਲ ਡੈਮੋਸਟ੍ਰੇਟ ਦਾ ਕਨਸੈਪਟ ਆਫ ਡੈਫੀਨੇਟ ਅਸਾਈਨਮੈਂਟ। ਡੈਫੀਨੇਟ ਅਸਾਈਨਮੈਂਟ ਦੀ ਗੱਲ ਕੀਤੀ ਹੈ ਵੀ ਆਪਾਂ ਕੋਈ ਵੈਲਿਊ ਨਿਸ਼ਚਿਤ ਤੌਰ ਤੇ ਦੇਤੀ ਵੀ ਉਹ ਆਪਾਂ ਜਿਹੜੀ ਕੀ ਹੈਗੀ ਚੇਂਜ ਆ ਜਿਹੜੀ ਨਹੀਂ ਕਰ ਸਕਦੇ। ਤਾਂ ਇਨ ਦਿਸ ਪ੍ਰੋਗਰਾਮ ਫਸਟ ਵੀ ਵਿਲ ਟਰਾਈ ਟੂ ਡਿਸਪਲੇ ਦਾ ਵੈਲਿਊ ਆਫ ਲੋਕਲ ਵੈਰੀਏਬਲ ਦੀ ਵੈਲਿਊ। ਤੇ ਫਿਰ ਆਪਾਂ ਵਿਦਆਊਟ ਅਸਾਈਨਿੰਗ ਐਨੀ ਵੈਲਿਊ ਵੀ ਬਿਨਾਂ ਅਸਾਈਨ ਕਰਵਾਏ ਪਹਿਲਾਂ ਲੋਕਲ ਵੈਰੀਏਬਲ ਨੂੰ ਕੋਸ਼ਿਸ਼ ਕਰਾਂਗੇ ਸ਼ੋਅ ਕਰਨ ਦੀ। ਫਿਰ ਆਪਾਂ ਦੇਖਾਂਗੇ ਉਸੇ ਤਰ੍ਹਾਂ ਹੀ ਪਹਿਲਾਂ ਪ੍ਰੋਜੈਕਟ ਦੇ ਵਿੱਚ ਜਿਹੜਾ ਐਪਲੀਕੇਸ਼ਨ ਦਾ ਨਾਮ ਕੀ ਦੋਗੇ, ਇੱਥੇ ਡੈਫੀਨੇਟ ਅਸਾਈਨਮੈਂਟ ਦਿਓਗੇ। ਠੀਕ ਹੈ। ਉਸੇ ਤਰ੍ਹਾਂ ਖੁੱਲ੍ਹ ਜੂਗਾ। ਉਸ ਤੋਂ ਬਾਅਦ ਕੀ ਸਟੈਟਿਕ ਵਾਇਡ ਮੇਨ ਸਟਰਿੰਗ ਸਾਰਾ ਆਪਣਾ ਫੰਕਸ਼ਨ ਉਵੇਂ ਹੀ ਹੋਊਗਾ। ਜਦੋਂ ਆਪਾਂ ਵੈਰੀਏਬਲ ਡਿਕਲੇਅਰ ਕਰਵਾਉਣਾ ਪਹਿਲਾਂ ਇੰਟ ਐਕਸ ਆਪਾਂ ਵੈਰੀਏਬਲ ਡਿਕਲੇਅਰ ਕਰਤਾ, ਟਰਾਈਂਗ ਟੂ ਡਿਸਪਲੇ ਵੈਲਿਊ ਆਫ ਦਾ ਲੋਕਲ ਵੈਰੀਏਬਲ ਐਕਸ। ਐਕਸ ਦੀ ਵੈਲਿਊ ਆਪਾਂ ਇੱਥੇ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬੇਟਾ। ਤਾਂ ਕੀ ਹੈ ਆਪਣੇ ਕੋਲ ਸਿਸਟਮ ਡਾਟ ਕੰਸੋਲ ਰਾਈਟ ਹੀ ਕਰਨਾ ਹੁੰਦਾ ਨਾ। ਤਾਂ ਐਕਸ ਦੇ ਵਿੱਚ ਮਤਲਬ ਉਹਦੀ ਵੈਲਿਊ ਕਿੰਨੀ ਆ, 0 ਤੇ ਆਪਾਂ ਮਤਲਬ ਕਿ ਉਹ ਕਰਤੀ ਇੱਕ ਤਰ੍ਹਾਂ ਨਾਲ। ਇੱਥੇ ਆਪਣੇ ਕੋਲ ਇਹ ਕਹਿੰਦਾ ਵੀ ਇੱਥੇ ਐਰਰ ਵੀ ਆ ਸਕਦਾ ਤੁਹਾਡਾ। ਤਾਂ ਇਹਨੂੰ ਆਪਾਂ ਬੰਦ ਕਰਤਾ ਕੰਟਰੋਲ ਜਦੋਂ F5 ਕਰੋਗੇ ਤੁਸੀਂ ਤਾਂ ਫੋਲੋਇੰਗ ਵਿੰਡੋ ਅਪੀਅਰ ਡਿਊ ਟੂ ਐਰਰ, ਕਲਿੱਕ ਔਨ ਦਾ ਨੋ ਬਟਨ। ਠੀਕ ਹੈ ਜੀ। ਆ ਦੇਖੋ ਦਾ ਦੇਅਰ ਵਿਲ ਬੀ ਬਿਲਡ ਐਰਰ, ਵੁੱਡ ਯੂ ਲਾਈਕ ਟੂ ਕੰਟੀਨਿਊ ਐਂਡ ਰਨ ਦਾ ਲਾਸਟ ਸਕਸੈਸਫੁਲ ਬਿਲਡ। ਤਾਂ ਨਹੀਂ, ਇੱਥੇ ਨੋ ਕਰਤਾ ਇਹਨਾਂ ਨੇ। ਕਾਹ 'ਤੇ ਕਲਿੱਕ ਕੀਤਾ ਇਹਨਾਂ ਨੇ, ਨੋ ਤੇ। ਐਰਰ ਜਿਹੜਾ ਆਪਾਂ ਨੂੰ ਸ਼ੋ ਹੋ ਗਿਆ ਇਹਦੇ ਵਿੱਚ ਕੀ ਹੈ, ਐਰਰ ਦੇ ਵਿੱਚ ਕੀ ਦਿਖਾਇਆ ਬੇਟਾ, ਯੂਜ਼ ਆਫ ਅਨਸਾਈਨਡ ਲੋਕਲ ਵੈਰੀਏਬਲ। ਅਨਸਾਈਨਡ ਦਿੱਤਾ ਨਾ ਲੋਕਲ ਵੈਰੀਏਬਲ ਐਕਸ। ਤਾਂ ਦਿਸ ਐਰਰ ਅਕਰ ਬਿਕੋਜ਼ ਇਨ ਦਾ ਪ੍ਰੋਗਰਾਮ ਵੀ ਟਰਾਈ ਟੂ ਡਿਸਪਲੇ ਵੈਲਿਊ ਆਫ ਐਕਸ ਬਟ ਵੀ ਡਿਡ ਨਾਟ ਅਸਾਈਨ ਐਨੀ ਵੈਲਿਊ ਟੂ ਐਕਸ। ਐਕਸ ਦਾ ਆਪਾਂ ਵੈਲਿਊ ਐਜ਼ ਡਿਕਲੇਅਰ ਕਰਵਾਦਾ ਬਟ ਐਕਸ ਨੂੰ ਕੋਈ ਵੈਲਿਊ ਨਹੀਂ ਸਾਈਨ ਕਰਵਾਈ, ਜਿਵੇਂ 2 3 4 5 ਇਸ ਤਰ੍ਹਾਂ। ਤਾਂ ਹੁਣ ਅਗਲੇ ਸਟੈਪ ਦੇ ਵਿੱਚ ਇਹਨਾਂ ਨੇ ਕੀ ਕੀਤਾ, ਐਕਸ ਨੂੰ ਕਿੰਨੀ ਵੈਲਿਊ ਸਾਈਨ ਕਰਵਾਤੀ, 10 ਵੈਲਿਊ ਸਾਈਨ ਕਰਵਾਤੀ। ਤਾਂ ਨਾਓ ਅਗੇਨ ਪ੍ਰੈਸ ਕੰਟਰੋਲ ਪਲੱਸ F5 ਕਰੋਗੇ ਤਾਂ ਆਊਟਪੁੱਟ ਵਿੰਡੋ ਵਿਲ ਅਪੀਅਰ। ਤਾਂ ਐਕਸ ਦਾ ਮੁੱਲ ਕਿੰਨਾ ਆ ਗਿਆ ਤੁਹਾਡੇ ਕੋਲੇ, 10 ਆ ਗਿਆ। ਕੋਈ ਵੀ ਕੀ ਪ੍ਰੈਸ ਕੀਤੀ ਇਸ ਤਰ੍ਹਾਂ ਆਪਾਂ ਉਹਨੂੰ ਵੈਲਿਊ ਹੈ ਜਿਹੜੀ ਅਸਾਈਨ ਕਰਵਾ ਸਕਦੇ। ਅੱਗੇ ਇੱਕ ਹੋਰ ਐਗਜ਼ਾਮਪਲ ਦਿੱਤੀ ਆ। ਹੁਣ ਇੰਟੀਜ਼ਰ ਦੇ ਵਿੱਚ ਇਹਨਾਂ ਨੇ 2.5 ਯੂਜ਼ ਕਰ ਲਈ। ਇੰਟੀਜ਼ਰ ਦੇ ਵਿੱਚ ਆਪਾਂ ਪੁਆਇੰਟਿੰਗ ਵੈਲਿਊ ਨਹੀਂ ਲੈ ਸਕਦੇ, ਤਾਂ ਕਰਕੇ ਇਹਦਾ ਆਨਸਰ ਕੀ ਦੇਊਗਾ, ਉਹ ਐਰਰ ਦੇ ਵਿੱਚ ਦੇਊਗਾ। ਠੀਕ ਹੈ। ਤੇ ਬਾਕੀ ਜਿਹੜਾ ਕੌਨਸਟੈਂਟ ਇਨ ਵੈਰੀਏਬਲ ਉਹ ਆਪਾਂ ਕੱਲ੍ਹ ਵਾਲੇ ਲੈਕਚਰ 'ਚ ਕਰਾਂਗੇ। ਓਕੇ ਬੇਟਾ, ਥੈਂਕ ਯੂ ਸੋ ਮਚ।